TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਪਾਕਿਸਤਾਨ ਦੀ ਇੱਕ ਮਸਜਿਦ ਵਿੱਚ ਬੰਬ ਧਮਾਕਾ, ਕਈ ਦਰਜਨਾਂ ਮੌਤਾਂ, 200 ਤੋਂ ਵੱਧ ਜ਼ਖਮੀ। ਕੈਨੇਡਾ ਵਿੱਚ ਵਾਪਰਿਆ ਸੜਕ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਗਈ ਜਾਨ। ਕੈਨੇਡਾ 'ਚ 2 ਪੰਜਾਬੀ ਗੋਲਕ ਚੋਰ ਗ੍ਰਿਫਤਾਰ, ਇੱਕ ਹੋਰ ਦੀ ਤਲਾਸ਼। ਯੂਕਰੇਨ ਤੋਂ ਪਰਤੀ ਮੁਟਿਆਰ ਨੇ ਰੌਂਗਟੇ ਖੜੇ ਕਰਨ ਵਾਲੀ ਸੁਣਾਈ ਦਾਸਤਾਨ। ਕੀ ਰੱਦ ਹੋਵੇਗੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਤੇ ਭੁਪਿੰਦਰ ਹਨੀ ਦੇ ਦਾਅਵਿਆਂ ਦੀ ਨਿਕਲੀ ਪੋਲ। ਦੋਸਤੋ, ਇਹ ਕੁਝ ਜਾਣਕਾਰੀਆਂ ਨੇ ਜਿਨ੍ਹਾਂ ਨੂੰ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕੀਤਾ ਜਾਵੇਗਾ। ਉਸ ਤੋਂ ਪਹਿਲਾਂ ਕਿ ਵਿਸਥਾਰ ਦੇ ਨਾਲ ਇਹਨਾਂ ਨੂੰ ਵਿਚਾਰਿਆ ਜਾਵੇ, ਤੁਹਾਨੂੰ ਬੇਨਤੀ ਹੈ ਕਿ ਪ੍ਰੋਗਰਾਮ ਜੇਕਰ ਚੰਗਾ ਲੱਗਿਆ ਵੇਖਣ ਸੁਣਨ ਤੋਂ ਬਾਅਦ ਫਿਰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ, ਘਟਨਾਵਾਂ ਦੇ ਉੱਤੇ ਵਿਸਥਾਰ ਦੇ ਨਾਲ ਚਰਚਾ ਕਰਦੇ ਹਾਂ। ਦੁਨੀਆ ਦੇ ਉੱਤੇ ਕੋਈ ਨਾ ਕੋਈ ਆਫਤ ਬਣੀ ਰਹਿੰਦੀ ਹੈ। ਕਦੇ ਅਫਗਾਨਿਸਤਾਨ ਵਾਲੇ ਪਾਸਿਓਂ ਮਨੁੱਖਤਾ ਦੇ ਉੱਤੇ ਕਹਿਰ ਦੀਆਂ ਖਬਰਾਂ ਸੀ, ਕਦੇ ਸਮੁੱਚੀ ਦੁਨੀਆ ਦੇ ਉੱਤੇ ਕੋਵਿਡ-19 ਮਹਾਮਾਰੀ ਦੇ ਕਾਰਨ ਖਬਰਾਂ ਸੀ ਤੇ ਇਹਨਾਂ ਤੋਂ ਥੋੜੀ ਰਾਹਤ ਮਿਲੀ ਤੇ ਇੱਧਰ ਰੂਸ ਨੇ ਯੂਕਰੇਨ ਤੇ ਚੜ੍ਹਾਈ ਕਰ ਦਿੱਤੀ, ਉਧਰੋਂ ਤਬਾਹੀ ਦੀਆਂ ਖਬਰਾਂ ਨੇ। ਅੱਗੇ ਚੱਲ ਕੇ ਯੂਕਰੇਨ ਦੀਆਂ ਕੁਝ ਖਬਰਾਂ ਦਾ ਵੀ ਜ਼ਿਕਰ ਕਰਾਂਗੇ। ਪਰ ਅਤਵਾਦ ਹੈ ਨਾ ਜਿਹੜਾ, ਉਹ ਭਾਵੇਂ ਆਪਣੇ ਆਪ ਨੂੰ ਕੱਟੜ ਕਹਿੰਦੇ ਨੇ ਲੋਕ, ਆਪਣੇ ਆਪ ਨੂੰ ਧਰਮੀ ਕਹਿੰਦੇ ਆ ਲੋਕ, ਪਰ ਜਿਹੜਾ ਵਿਅਕਤੀ ਕਿਸੇ ਹੋਰ ਵਿਅਕਤੀ ਜਾਂ ਕਿਸੇ ਫਿਰਕੇ ਦੇ ਲੋਕਾਂ ਦੀ ਜਾਨ ਲੈਂਦਾ ਹੈ, ਉਹ ਧਾਰਮਿਕਤਾ ਕੀ, ਉਹ ਅਸਲ ਦੇ ਵਿੱਚ ਇਨਸਾਨ ਵੀ ਨਹੀਂ ਹੋ ਸਕਦਾ। ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ ਦੇ ਵਿੱਚੋਂ ਖਬਰ ਮਿਲੀ ਹੈ ਕਿ ਇੱਕ ਮਸਜਿਦ ਦੇ ਵਿੱਚ, ਉਹ ਜੁਮਾ ਕਹਿੰਦੇ ਆ ਸ਼ੁੱਕਰਵਾਰ ਨੂੰ, ਜੁਮੇ ਦੀ ਨਮਾਜ਼ ਅਦਾ ਕੀਤੀ ਜਾ ਰਹੀ ਸੀ ਕਿ ਨਮਾਜ਼ ਦੇ ਦੌਰਾਨ ਇੱਕ ਜ਼ਬਰਦਸਤ ਬੰਬ ਧਮਾਕਾ ਹੋਇਆ ਹੈ। 57 ਲੋਕਾਂ ਦੀਆਂ ਮੌਤਾਂ ਹੋ ਗਈਆਂ ਨੇ ਤੇ 200 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਨੇ। ਪੁਲਿਸ ਵਾਲਿਆਂ ਨੇ ਦੱਸਿਆ ਹੈ ਕਿ ਪੁਲਿਸ ਪ੍ਰਸ਼ਾਸਨ ਹੰਗਾਮੀ ਸਥਿਤੀ ਵਿੱਚ ਹੈ। ਜ਼ਖਮੀਆਂ ਨੂੰ ਫੌਰੀ ਤੌਰ ਤੇ ਹਸਪਤਾਲ ਪਹੁੰਚਾਇਆ ਗਿਆ। ਬੰਬ ਧਮਾਕੇ ਦੀ ਕੀ ਕਿਸਮ ਸੀ, ਕਿ ਇਹ ਆਤਮਘਾਤੀ ਬੰਬ ਧਮਾਕਾ ਸੀ ਜਾਂ ਇਹ ਰਿਮੋਟ ਕੰਟਰੋਲ ਨਾਲ ਕੀਤਾ ਗਿਆ, ਇਹਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪਰ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਆਤਮਘਾਤੀ ਹੀ ਧਮਾਕਾ ਲੱਗਦਾ ਹੈ। ਵੱਖੋ-ਵੱਖ ਵਸੀਲਿਆਂ ਤੋਂ ਜਿਹੜੀ ਜਾਣਕਾਰੀ ਮਿਲੀ ਹੈ, ਉਹਦੇ ਅਨੁਸਾਰ ਪਿਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ਖੇਤਰ ਦੇ ਵਿੱਚ ਜਾਮੀਆ ਮਸਜਿਦ ਹੈ ਜਿੱਥੇ ਇਹ ਬੰਬ ਧਮਾਕਾ ਹੋਇਆ। ਜਦੋਂ ਇਹ ਧਮਾਕਾ ਹੋਇਆ ਤੇ ਉੱਥੇ ਨਮਾਜ਼ ਅਦਾ ਕੀਤੀ ਜਾ ਰਹੀ ਸੀ ਤੇ ਇਹ ਜਿਹੜੀ ਮਸਜਿਦ ਹੈ, ਇਹ ਸ਼ੀਆ ਭਾਈਚਾਰੇ ਦੀ ਮਸਜਿਦ ਹੈ ਅਤੇ ਇਹ ਮਸਜਿਦ ਇੱਕ ਭੀੜ ਭੜੱਕੇ ਵਾਲੇ ਇਲਾਕੇ 'ਚ ਵੀ ਹੈ। ਤੇ ਇਹ ਵੀ ਪਤਾ ਲੱਗਿਆ ਕਿ ਜਿਸ ਵਕਤ ਇਹ ਬੰਬ ਧਮਾਕਾ ਹੋਇਆ, ਉਸ ਵਕਤ ਉੱਥੇ ਬਹੁਤ ਸਾਰੇ ਲੋਕ ਸ਼ਾਮਲ ਸਨ, ਪਰ ਕਿਸੇ ਅਤਵਾਦੀ ਜਥੇਬੰਦੀ ਨੇ ਫੌਰੀ ਤੌਰ ਤੇ ਇਸ ਬੰਬ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਸੀ ਲਈ। ਪਾਕਿਸਤਾਨ ਦਾ ਮਸ਼ਹੂਰ ਅਖਬਾਰ ਹੈ ਡੌਨ, ਉੱਥੋਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਤੇ ਉਹਦੇ ਹਵਾਲੇ ਨਾਲ ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਕਹਿੰਦੇ ਸੀ ਪਹਿਲੀ ਨਜ਼ਰੇ 30 ਲਾਸ਼ਾਂ ਹਸਪਤਾਲ ਦੇ ਵਿੱਚ ਪੁੱਜੀਆਂ ਕੀਤੀਆਂ ਗਈਆਂ ਸੀ। ਹਮਲੇ 'ਚ ਉਸ ਵਕਤ ਦੱਸਿਆ ਜਾ ਰਿਹਾ ਸੀ ਕਿ 10 ਲੋਕਾਂ ਦੀ ਹਾਲਤ ਕਾਫੀ ਗੰਭੀਰ ਹੈ। ਸੋ ਇਸ ਕਰਕੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਗਿਣਤੀ ਮੌਤਾਂ ਦੀ ਵੱਧ ਸਕਦੀ ਹੈ। ਹੁਣ ਤੁਸੀਂ ਦੇਖੋ ਕਿ ਇਹ ਵੀ ਪਤਾ ਲੱਗਿਆ, ਉੱਥੋਂ ਦੇ ਇੱਕ ਪੁਲਿਸ ਅਧਿਕਾਰੀ ਇਜ਼ਾਜ਼ ਅਹਿਸਾਨ, ਉਹ ਦੱਸਦੇ ਨੇ ਕਿ 2 ਹਮਲਾਵਰਾਂ ਨੇ ਮਸਜਿਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਪੁਲਿਸ ਅਧਿਕਾਰੀ ਜਿਹੜੇ ਮੌਕੇ ਤੇ ਮੌਜੂਦ ਸੀ, ਉਹਨਾਂ ਤੇ ਫਾਇਰਿੰਗ ਕੀਤੀ ਤੇ ਉਸ ਗੋਲੀਬਾਰੀ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੁੰਦੀ ਹੈ ਤੇ ਇੱਕ ਜ਼ਖਮੀ ਵੀ ਹੋਇਆ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਇਹ ਬੰਬ ਫਟਦਾ ਹੈ। ਦੱਸਣਾ ਬਣਦਾ ਕਿ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਆਉਣ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਇੱਕ ਵਾਰ ਫਿਰ ਤੋਂ ਅਤਵਾਦੀ ਹਮਲੇ ਵਧੇ ਹੈ। ਤਹਿਰੀਕੇ ਤਾਲਿਬਾਨ ਪਾਕਿਸਤਾਨ ਨੇ ਇਮਰਾਨ ਖਾਨ ਸਰਕਾਰ ਦੇ ਖਿਲਾਫ ਮੋਰਚਾ ਵੀ ਖੋਲ੍ਹਿਆ ਹੋਇਆ ਹੈ। ਹੁਣ ਭਾਵੇਂ ਕਿਸੇ ਨੇ ਵੀ ਇਸ ਬੰਬ ਧਮਾਕੇ ਨੂੰ ਅੰਜਾਮ ਦਿੱਤਾ ਹੋਵੇ, 57 ਘਰਾਂ ਦੇ ਵਿੱਚ ਵੈਣ ਪੈ ਰਹੇ ਨੇ, 10 ਵਿਅਕਤੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ ਅਤੇ ਤਕਰੀਬਨ 190 ਹੋਰ ਵੀ ਜ਼ਖਮੀ ਨੇ। ਸੋ ਇਸ ਕਰਕੇ ਹੁਣ ਇਹਨਾਂ ਨੂੰ ਕਿਹੜੇ ਖਾਤੇ 'ਚ ਪਾਵਾਂਗੇ? ਇਹ ਕਿਹੜੇ ਧਰਮ ਦੀ ਗੱਲ ਕਰ ਰਹੇ ਨੇ? ਭਾਵੇਂ ਕੋਈ ਸ਼ੀਆ ਹੈ, ਭਾਵੇਂ ਕੋਈ ਸੁੰਨੀ ਹੈ, ਭਾਵੇਂ ਕੋਈ ਹੋਰ ਮਜ਼ਹਬ ਨਾਲ ਤਾਲੁਕ ਰੱਖਣ ਵਾਲਾ ਹੈ। ਮਨੁੱਖਤਾ ਦਾ ਕਾਣ ਕਰਨ ਵਾਲਾ ਦਰਅਸਲ ਇਨਸਾਨ ਤਾਂ ਹੋਣਾ ਜਾਂ ਧਰਮੀ ਹੋਣਾ ਦੂਰ ਦੀ ਗੱਲ ਹੈ। ਇਹਦੀ ਜਿੰਨੀ ਨਿੰਦਿਆ ਕੀਤੀ ਜਾਵੇ ਓਨੀ ਥੋੜੀ ਹੈ। ਤੇ ਹੁਣ ਕੈਨੇਡਾ ਦੇ ਵਿੱਚ ਲੋਕ ਆਪਣੇ ਸੁਨਹਿਰੇ ਭਵਿੱਖ ਵਾਸਤੇ ਆਉਂਦੇ ਹੈ। ਓਨਟਾਰੀਓ ਕੈਨੇਡਾ ਦੀ ਟਾਊਨਸ਼ਿਪ
ਹਰਥਰ ਹਾਈਵੇ 6 ਦੇ ਨੇੜੇ ਵੈਲਿੰਗਟਨ ਰੋਡ ਤੇ ਬੀਤੇ ਬੁੱਧਵਾਰ ਦੀ ਰਾਤ ਪਤਾ ਲੱਗਿਆ ਕਿ 8:30 ਵਜੇ ਇੱਕ ਵੈਨ ਅਤੇ ਇੱਕ ਟਰਾਲੇ ਦੇ ਵਿਚਕਾਰ ਸਿੱਧੀ ਟੱਕਰ ਹੁੰਦੀ ਹੈ, ਜਿਸ ਦੇ ਵਿੱਚ ਮੌਤਾਂ ਹੋਈਆਂ ਨੇ ਤਿੰਨੇ ਪੰਜਾਬੀ ਨੌਜਵਾਨ ਨੇ। ਇਹਨਾਂ ਵਿੱਚੋਂ ਇੱਕ ਫਰੀਦਕੋਟ ਤੇ ਇੱਕ ਜਲੰਧਰ ਜ਼ਿਲ੍ਹੇ ਨਾਲ ਸੰਬੰਧ ਰੱਖਣ ਵਾਲਾ ਵੀ ਹੈ। ਮ੍ਰਿਤਕਾਂ ਦੇ ਵਿੱਚ ਇੱਕ ਨੌਜਵਾਨ ਦੀ ਉਮਰ 31 ਵਰੇ ਤੇ ਨਾਂ ਗੁਰਿੰਦਰਜੀਤ ਸਿੰਘ ਲਿੱਦੜ, ਇੱਕ 24 ਵਰਿਆਂ ਦਾ ਸਨੀ ਖੁਰਾਣਾ ਅਤੇ ਇੱਕ ਤੀਸਰਾ ਜਿਹੜਾ ਉਹ 21 ਵਰਿਆਂ ਦਾ ਕਰਨਪ੍ਰੀਤ ਸਿੰਘ ਗਿੱਲ ਦੱਸਿਆ ਜਾ ਰਿਹਾ ਹੈ। ਜਾਣਕਾਰੀ ਇਹ ਵੀ ਮਿਲੀ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ 2 ਪੰਜਾਬੀ ਨੌਜਵਾਨਾਂ ਦੀ ਮੌਕੇ ਤੇ ਮੌਤ ਹੋਈ ਹੈ, ਜਦੋਂ ਕਿ ਤੀਸਰੇ ਨੇ ਹਸਪਤਾਲ ਦੇ ਵਿੱਚ ਜਾ ਕੇ ਦਮ ਤੋੜਿਆ ਹੈ। ਇਹ ਵੀ ਪਤਾ ਲੱਗਿਆ ਕਿ ਤਿੰਨੇ ਹੀ ਨੌਜਵਾਨ ਇਹ ਵੈਨ ਦੇ ਵਿੱਚ ਸਵਾਰ ਸੀ ਅਤੇ ਕੰਮ ਤੋਂ ਵਾਪਸ ਪਰਤ ਰਹੇ ਸਨ। ਇਹਨਾਂ ਵਿੱਚੋਂ ਇੱਕ ਨੌਜਵਾਨ ਫਰੀਦਕੋਟ ਦੇ ਸਾਦਕ ਨੇੜਲੇ ਪਿੰਡ ਸਿਮਰੇਵਾਲਾ ਦਾ ਰਹਿਣ ਵਾਲਾ ਹੈ ਅਤੇ ਉਸ ਨੌਜਵਾਨ ਦੇ ਰਿਸ਼ਤੇਦਾਰ ਸਾਦਕ ਦੇ ਸਰਪੰਚ ਸ਼ਿਵਰਾਜ ਸਿੰਘ ਢਿੱਲੋਂ ਨੇ ਦੱਸਿਆ ਕਿ 21 ਵਰਿਆਂ ਦਾ ਕਰਨਪ੍ਰੀਤ ਸਿੰਘ ਸਾਲ 2019 ਦੇ ਵਿੱਚ ਕੈਨੇਡਾ ਦੇ ਵਿੱਚ ਸਟੱਡੀ ਵੀਜ਼ੇ ਤੇ ਪੜ੍ਹਨ ਵਾਸਤੇ ਆਇਆ ਸੀ ਅਤੇ ਇਸ ਕਾਰ ਹਾਦਸੇ ਦੇ ਵਿੱਚ ਉਸ ਦੀ ਜਾਨ ਚਲੀ ਗਈ ਹੈ। ਪਤਾ ਲੱਗਾ ਕਿ ਸਾਹਮਣੇ ਇੱਕ ਟਰੱਕ ਆ ਰਿਹਾ ਸੀ, ਉਹਦੇ ਨਾਲ ਇਹਨਾਂ ਦੀ ਵੈਨ ਟਕਰਾਉਂਦੀ ਹੈ ਤੇ ਹਾਦਸੇ ਦੇ ਵਕਤ ਕੁੱਲ 4 ਜਣੇ ਸੀ ਜਿਹੜੇ ਉਸ ਵੈਨ ਦੇ ਵਿੱਚ ਸਵਾਰ ਦੱਸੇ ਗਏ ਨੇ। ਤੇ ਹੁਣ ਇਹ ਜਦੋਂ ਹਾਦਸੇ ਦੀ ਖਬਰ ਪਿੰਡ ਵਿੱਚ ਪਹੁੰਚੀ ਹੈ ਤਾਂ ਸੱਚਮੁੱਚ ਸੋਗ ਦੀ ਲਹਿਰ ਦੌੜ ਗਈ ਹੈ। ਇਹ ਵੀ ਪਤਾ ਲੱਗਿਆ ਕਿ ਕਰਨਪ੍ਰੀਤ ਸਿੰਘ ਗਿੱਲ ਉਰਫ ਕੈਫੀ 2019 ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਬਣ ਕੇ ਆਇਆ ਸੀ, ਆਪਣੇ ਸੁਪਨੇ ਸਾਕਾਰ ਕਰਨ ਵਾਸਤੇ ਆਇਆ ਸੀ ਤੇ ਉਹਦਾ ਪਰਿਵਾਰ ਕਹਿੰਦਾ ਹੈ ਕਿ ਪੁੱਤਰ ਦੀ ਲਾਸ਼ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪਰਿਵਾਰ ਵੱਲੋਂ ਪ੍ਰਸ਼ਾਸਨ ਤੇ ਸਰਕਾਰ ਨੂੰ ਮਦਦ ਦੀ ਅਪੀਲ ਵੀ ਕੀਤੀ ਗਈ ਹੈ ਤੇ ਇਹ ਵੀ ਪਤਾ ਲੱਗਾ ਕਿ ਮਾਪਿਆਂ ਦਾ ਇਹ ਇਕਲੌਤਾ ਪੁੱਤਰ ਸੀ। ਹੁਣ ਤੁਸੀਂ ਦੇਖੋ ਕਿ ਸਮਾਂ ਟਲਦਾ ਨਹੀਂ, ਹੋਣੀ ਟਲਦੀ ਨਹੀਂ। ਕੈਨੇਡਾ ਦੇ ਵਿੱਚ ਸੁਨਹਿਰੇ ਭਵਿੱਖ ਵਾਸਤੇ ਭੇਜਿਆ ਸੀ, ਪਰ ਭਵਿੱਖ ਹੁਣ ਗਿਆ ਕਿੱਥੇ। ਸੋ ਅਣਗਹਿਲੀ ਦੇ ਨਾਲ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ, ਪਰ ਤਿੰਨੋਂ ਹੀ ਪਰਿਵਾਰਾਂ ਦੇ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਹੈ। ਪਰ ਆ ਜਿਹੜੇ ਕੁਝ ਵਿਅਕਤੀ ਨੇ ਹੈ ਇਹ ਵੀ ਕੈਨੇਡਾ ਚ ਆਏ ਸੀ, ਆਏ ਤਾਂ ਇਹ ਵੀ ਭਵਿੱਖ ਸੁਨਹਿਰਾ ਕਰਨ ਵਾਸਤੇ ਹੋਣਗੇ, ਪਰ ਕੀਤਾ ਕੀ ਕਲੰਕਤ। ਸਾਡੇ ਵਿੱਚੋਂ ਬਹੁਤ ਸਾਰੇ ਵਿਅਕਤੀ ਹੈ ਜਿਹੜੇ ਕਿਸੇ ਧਾਰਮਿਕ ਸਥਾਨ ਦੇ ਅੱਗੋਂ ਦੀ ਗੁਜ਼ਰਦੇ ਆ, ਉਹ ਭਾਵੇਂ ਕੋਈ ਵੀ ਧਾਰਮਿਕ ਸਥਾਨ ਹੋਵੇ ਤੇ ਸਾਡਾ ਆਪ ਮੁਹਾਰੇ ਸਿਰ ਨੀਵਾ ਹੋ ਜਾਂਦਾ ਹੈ, ਸਿਰ ਨਿਵਾ ਲੈਂਦੇ ਆ। ਬਹੁਤ ਸਾਰੇ ਲੋਕ ਭਾਵੇਂ 2 ਵਕਤ ਦੀ ਰੋਟੀ ਮਸਾਂ ਖਾਂਦੇ ਹੋਣ, ਤੰਗੀ ਤੁਰਸ਼ੀ ਦਾ ਜੀਵਨ ਬਤੀਤ ਕਰਦੇ ਹੋਣ, ਫਿਰ ਵੀ ਜਦੋਂ ਕਿਸੇ ਧਾਰਮਿਕ ਸਥਾਨ ਤੇ ਨਤਮਸਤਕ ਹੋਣ ਜਾਂਦੇ ਆ, ਆਪਣੀ ਸ਼ਰਧਾ ਦੇ ਮੁਤਾਬਕ ਕੁਝ ਨਾ ਕੁਝ ਦਾਨ ਜ਼ਰੂਰ ਕਰਦੇ ਆ, ਕੁਝ ਨਾ ਕੁਝ ਗੋਲਕ ਚ ਜ਼ਰੂਰ ਪਾਉਂਦੇ ਆ। ਪਰ ਕੁਝ ਲੋਕ ਉਹ ਵੀ ਨੇ ਇਸ ਧਰਤ ਤੇ ਜਿਨ੍ਹਾਂ ਦਾ ਕੰਮ ਸਿਰਫ ਤੇ ਸਿਰਫ ਮਿਹਨਤ ਕਰਨਾ ਨਹੀਂ, ਚੋਰੀ ਕਰਨਾ ਹੈ। ਉਹ ਭਾਵੇਂ ਕਿਸੇ ਦਾ ਘਰ ਹੋਵੇ, ਕਾਰੋਬਾਰ ਹੋਵੇ, ਜਾਂ ਫਿਰ ਇਹ ਧਾਰਮਿਕ ਸਥਾਨ ਹੀ ਕਿਉਂ ਨਾ ਹੋਣ। ਇਸੇ ਤਰ੍ਹਾਂ ਦੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਬਰੈਂਪਟਨ ਅਤੇ ਮਿਸੀਸਾਗਾ ਨਾਲ ਸੰਬੰਧਿਤ ਕੁਝ ਧਾਰਮਿਕ ਸਥਾਨ ਨੇ ਜਿਨ੍ਹਾਂ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਸ਼ਾਮਲ ਨੇ, ਜਿਨ੍ਹਾਂ ਦੇ ਵਿੱਚ ਮੰਦਿਰ ਵੀ ਸ਼ਾਮਲ ਨੇ। ਉਹਨਾਂ ਦੇ ਵਿੱਚ ਲੋਕ ਜਿਹੜੇ ਸ਼ਰਧਾ ਦੇ ਨਾਲ ਚੜਾਵਾ ਚੜਾ ਕੇ ਜਾਂਦੇ ਸੀ, ਇਹ ਉਹਨਾਂ ਨੂੰ ਹੱਥ ਸਾਫ਼ ਕਰਦੇ ਸੀ, ਚੋਰੀ ਕਰਦੇ ਸੀ ਗੋਲਕਾਂ ਦੇ ਵਿੱਚੋਂ। ਜਿਹੜੇ ਚੋਰ ਫੜੇ ਗਏ ਨੇ, ਕਹਿੰਦੇ ਚੋਰ ਨੂੰ ਖਾਂਦਿਆਂ ਨਾ ਦੇਖੋ, ਚੋਰ ਦੇ ਪੈਂਦੀਆਂ ਨੂੰ ਦੇਖੋ। ਬਰੈਂਪਟਨ ਨਾਲ ਸੰਬੰਧਿਤ ਹੈ ਗੁਰਸ਼ਰਨਜੀਤ ਸਿੰਘ ਢੀਂਡਸਾ 31 ਵਰਿਆਂ ਦਾ, ਜਗਦੀਸ਼ ਪੰਧੇਰ 39 ਵਰਿਆਂ ਦਾ ਅਤੇ ਪਰਮਿੰਦਰ ਗਿੱਲ 42 ਵਰਿਆਂ ਦਾ। ਇਹਨਾਂ ਨੂੰ ਪੀਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਇੱਕ ਹੋਰ ਕਥਿਤ ਦੋਸ਼ੀ ਦੀ ਭਾਲ ਵੀ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਕਿ ਪੁਲਿਸ ਨੇ ਇਹ ਚਾਰਜ ਸ਼ੀਟ ਕਰ ਦਿੱਤੇ ਹੈ, ਦੋਸ਼ ਆਇਦ ਕਰ ਦਿੱਤੇ ਤੇ 78 ਚਾਰਜ ਲਗਾਏ ਗਏ ਹੈ ਅਤੇ ਬਰੈਂਪਟਨ ਕਚਹਿਰੀ ਦੇ ਵਿੱਚ ਇਹਨਾਂ ਦੀ ਪੇਸ਼ੀ ਹੋਈ ਹੈ। ਇਹ ਸਾਰੀਆਂ ਵਾਰਦਾਤਾਂ ਪਤਾ ਲੱਗਿਆ ਕਿ ਅੱਜ ਹੀ ਨਹੀਂ ਸੀ ਕਰਨ ਲੱਗੇ, ਨਵੰਬਰ 2021 ਤੋਂ ਕਰਦੇ ਆ ਰਹੇ ਸੀ ਅਤੇ ਆ ਮਾਰਚ ਮਹੀਨਾ ਚੱਲ ਰਿਹਾ ਹੈ, ਮਾਰਚ 2022 ਤੱਕ ਲਗਾਤਾਰ ਇਹ ਚੋਰੀਆਂ ਨੂੰ ਅੰਜਾਮ ਦਿੰਦੇ ਆ ਰਹੇ ਸੀ। ਹੁਣ ਤੁਸੀਂ ਦੇਖੋ ਕਿ ਆਮ ਬੰਦਾ ਹੈ, ਉਹ ਗੁਰਦੁਆਰਾ ਸਾਹਿਬ ਜਾਂ ਮੰਦਿਰ ਦੇ ਵਿੱਚ ਜਾ ਕੇ ਕਿੰਨਾ ਡਰ, ਕਿੰਨਾ ਭੈ ਮਹਿਸੂਸ ਕਰਦਾ ਹੈ। ਅਸੀਂ ਕਈ ਵਾਰੀ ਗੁਰੂ ਵੱਲ ਪਿੱਠ ਵੀ ਨਹੀਂ ਕਰਦੇ, ਦੁਬਾਰਾ ਬੈਕ ਆਉਂਦੇ ਆ ਨਾ, ਮੱਥਾ ਟੇਕ ਕੇ ਵਾਪਸ ਉਧਰ ਵੀ ਆਉਂਦੇ ਆ ਕਿ ਪਿੱਠ ਨਾ ਹੋ ਜੇ। ਪਰ ਆ ਵੀ ਇੱਕ ਪਿੱਠ ਦਿਖਾਈ ਜਾ ਰਹੀ ਹੈ ਗੁਰੂ ਨੂੰ। ਹੁਣ ਕੈਨੇਡਾ ਵਰਗੇ ਮੁਲਕ ਦੇ ਵਿੱਚ ਤਾਂ ਤੁਹਾਡੇ ਕੋਲ ਮੌਕੇ ਬਥੇਰੇ ਆ, ਬਥੇਰੇ ਕੰਮ ਨੇ, ਭਾਵੇਂ 24 ਘੰਟੇ ਚੋਂ 18 ਘੰਟੇ ਕੰਮ ਕਰ ਲਓ। ਜੇ ਇਸ ਮੁਲਕ ਚ ਆ ਕੇ ਵੀ ਭੁੱਖ ਨਹੀਂ ਨਾ ਭਰੀ, ਜੇ ਰੂਹ ਨਹੀਂ ਨਾ ਰੱਜੀ, ਫਿਰ ਮੈਨੂੰ ਲੱਗਦਾ ਕਿ ਕਿਹੜੇ ਮੁਲਕ ਚ ਅਸੀਂ ਜਾਵਾਂਗੇ। ਹੁਣ ਜਦੋਂ ਕੋਈ ਪ੍ਰਾਪਤੀ ਹੁੰਦੀ ਹੈ ਤੇ ਸਮੁੱਚਾ ਭਾਈਚਾਰਾ ਮਾਣ ਨਾਲ ਸਿਰ ਉੱਚਾ ਕਰਦਾ ਹੈ।
ਪਰ ਇਸ ਤਰ੍ਹਾਂ ਦੇ ਲੋਕ ਭਾਈਚਾਰੇ ਦਾ ਸਿਰ ਵੀ ਨੀਵਾਂ ਕਰਵਾਉਂਦੇ ਆ। ਤੇ ਹੁਣ ਆਪਾਂ ਯੂਕਰੇਨ ਚੱਲਦੇ ਹਾਂ। ਯੂਕਰੇਨ ਦੇ ਵਿੱਚੋਂ ਬੜੀਆਂ ਮਾੜੀਆਂ ਖਬਰਾਂ ਆ ਰਹੀਆਂ ਨੇ। 9 ਦਿਨ ਹੋ ਗਏ ਜੰਗ ਲੱਗੀ ਨੂੰ। ਅੱਜ ਤੁਹਾਡੇ ਨਾਲ ਪ੍ਰੋਗਰਾਮ ਪੰਜਾਬ ਬੋਲਦਾ ਵਿੱਚ ਜ਼ਿਕਰ ਕੀਤਾ ਸੀ ਕਿ 3 ਦਿਨ ਪਹਿਲਾਂ ਖੁਦ ਉੱਥੋਂ ਦੇ ਰਾਸ਼ਟਰਪਤੀ ਨੇ ਆਖਿਆ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਖਬਰਾਂ ਆ ਸਕਦੀਆਂ ਕਿ ਮੈਂ ਮੁਲਕ ਛੱਡ ਦਿੱਤਾ, ਤਾਂ ਕਿ ਲੋਕਾਂ ਦੇ ਹੌਸਲੇ ਟੁੱਟ ਜਾਣ। ਰੂਸ ਦੀਆਂ ਕੁਝ ਮੀਡੀਆ ਏਜੰਸੀਆਂ ਆਖ ਰਹੀਆਂ ਨੇ, ਖਬਰਾਂ ਮਿਲ ਰਹੀਆਂ ਨੇ ਕਿ ਪੋਲੈਂਡ ਭੱਜ ਗਏ ਨੇ ਜ਼ੇਲੈਂਸਕੀ। ਦੱਸਣਾ ਬਣਦਾ ਕਿ ਜ਼ੇਲੈਂਸਕੀ ਨੇ ਬੀਤੇ ਦਿਨੀ ਆਖ ਦਿੱਤਾ ਸੀ, 2-3 ਦਿਨ ਪਹਿਲਾਂ ਹੀ ਆਖ ਦਿੱਤਾ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਆ ਸਕਦੀਆਂ ਨੇ, ਪਰ ਯਕੀਨ ਨਾ ਕਰਿਓ। ਉਹਨਾਂ ਨੂੰ ਪਤਾ ਸੀ ਕਿ ਸ਼ਾਇਦ ਯੂਕਰੇਨ ਦੇ ਲੋਕਾਂ ਦਾ ਮਨੋਬਲ ਸੁੱਟਣ ਦੇ ਵਾਸਤੇ, ਡੇਗਣ ਦੇ ਵਾਸਤੇ ਇਹ ਖਬਰਾਂ ਆਉਣਗੀਆਂ। ਰੂਸ ਦੀਆਂ ਕੁਝ ਮੀਡੀਆ ਏਜੰਸੀਆਂ ਨੇ ਜਿਹੜੀਆਂ ਇਹ ਖਬਰਾਂ ਦੇ ਰਹੀਆਂ ਨੇ ਕਿ ਜ਼ੇਲੈਂਸਕੀ ਯੂਕਰੇਨ ਛੱਡ ਚੁੱਕੇ ਹੈ, ਪੋਲੈਂਡ ਵਿੱਚ ਆ ਗਏ ਹੈ ਤੇ ਪੋਲੈਂਡ ਦੇ ਵਿੱਚ ਅਮਰੀਕਨ ਅੰਬੈਸੀ ਦੇ ਵਿੱਚ ਉਹਨਾਂ ਨੇ ਸ਼ਰਨ ਲੈ ਲਈ ਹੈ। ਹਾਲਾਂਕਿ ਯੂਕਰੇਨ ਦੇ ਵੱਲੋਂ ਇਸ ਖਬਰ ਨੂੰ ਅਫਵਾਹ ਦੱਸ ਦਿੱਤਾ ਗਿਆ ਹੈ। ਇਹ ਭਾਵੇਂ ਅਫਵਾਹ ਹੈ, ਪਰ ਉੱਥੇ ਸੱਚਮੁੱਚ ਇਸ ਵਕਤ ਬੰਬਾਰੀ ਹੋ ਰਹੀ ਹੈ। ਉੱਥੇ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਰ ਬੀਤੀ 24 ਤਰੀਕ ਤੋਂ ਭਾਵ 24 ਫਰਵਰੀ ਤੋਂ ਯੂਕਰੇਨ ਦੇ ਉੱਤੇ ਰੂਸ ਨੇ ਹਮਲਾ ਕੀਤਾ ਤੇ ਜੰਗ ਜਾਰੀ ਹੈ। ਉਹਦੇ ਭਿਆਨਕ ਨਤੀਜੇ ਸਾਹਮਣੇ ਆ ਰਹੇ ਨੇ ਤੇ ਲੰਬੇ ਸਮੇਂ ਤੱਕ ਆਉਂਦੇ ਵੀ ਰਹਿਣਗੇ। ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਦਿਨ ਪ੍ਰਤੀ ਦਿਨ ਮਿਲ ਰਹੀਆਂ ਨੇ। ਕੁਝ ਲੋਕ ਜਿਹੜੇ ਉਸ ਮੌਤ ਦੇ ਮੂੰਹ ਦੇ ਵਿੱਚੋਂ ਨਿਕਲ ਕੇ ਬਾਹਰ ਆ ਰਹੇ ਨੇ, ਉਹਨਾਂ ਵਿੱਚੋਂ ਪੰਜਾਬ ਦੇ ਕੁਝ ਵਿਦਿਆਰਥੀ ਨੇ, ਭਾਰਤ ਦੇ ਕੁਝ ਵਿਦਿਆਰਥੀ ਨੇ ਜਿਹੜੇ ਆਪੋ ਆਪਣੀਆਂ ਹੱਡ ਬੀਤੀਆਂ ਸੁਣਾ ਰਹੇ ਹੈ। ਪਰ ਉਹ ਹੱਡ ਬੀਤੀਆਂ ਸੁਣ ਕੇ ਰੌਂਗਟੇ ਖੜੇ ਹੁੰਦੇ ਨੇ। ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੀ ਇੱਕ ਵਿਦਿਆਰਥਣ ਨੇ, ਉਹਦੇ ਨਾਲ ਤੇ ਉਹਦੀਆਂ ਸਾਥਣਾਂ ਦੇ ਨਾਲ ਕੀ ਕੁਝ ਵਾਪਰਿਆ, ਹੱਡ ਬੀਤੀ ਸੁਣਾ ਕੇ ਸੱਚਮੁੱਚ ਲੂ ਕੰਡੇ ਖੜੇ ਕਰ ਦਿੱਤੇ ਹੈ। ਮੁਟਿਆਰ ਦਾ ਨਾਮ ਹੈ ਦਿਵਿਆਂਸ਼ੀ। ਦਿਵਿਆਂਸ਼ੀ ਨੇ ਦੱਸਿਆ ਕਿ ਬੀਤੀ 24 ਤਰੀਕ ਨੂੰ ਭਾਵ 24 ਫਰਵਰੀ ਨੂੰ ਜੰਗ ਲੱਗਣ ਤੋਂ ਬਾਅਦ ਉਹ 2 ਦਿਨ ਭਾਰਤੀ ਅੰਬੈਸੀ ਨੂੰ, ਸਫਾਰਤਖਾਨੇ ਨੂੰ ਸੰਪਰਕ ਕਰਦੇ ਰਹੇ। ਨਾ ਕਿਸੇ ਨੇ ਫੋਨ ਚੱਕਿਆ, ਨਾ ਕਿਸੇ ਨੇ ਉਹਨਾਂ ਦੇ ਮੈਸੇਜ ਦਾ ਜਵਾਬ ਦਿੱਤਾ। ਫਿਰ ਆਖਰਕਾਰ ਉਹਨਾਂ ਨੇ ਫੈਸਲਾ ਕੀਤਾ ਕਿ ਲੱਦੋ ਆਪਣਾ ਸਮਾਨ, ਚੁੱਕੋ ਆਪਣਾ ਸਮਾਨ ਤੇ ਚੱਲੀਏ, ਇਹਨਾਂ ਨੇ ਸਾਡੀ ਸਾਰ ਕੋਈ ਨਹੀਂ ਜਲੇਣੀ। ਉਹ ਕਹਿੰਦੇ 15 ਕਿਲੋਮੀਟਰ ਅਸੀਂ ਪੈਦਲ ਤੁਰੇ, 4 ਰਾਤਾਂ ਅਸੀਂ ਖੁੱਲੇ ਅਸਮਾਨ ਦੇ ਹੇਠ ਬਿਤਾਈਆਂ। ਉੱਪਰੋਂ ਅੰਤਾਂ ਦੀ ਸਰਦੀ ਸੀ, -15 ਤੋਂ -20 ਡਿਗਰੀ ਤਾਪਮਾਨ ਸੀ ਤੇ ਨਾਲ ਗੋਲੇ ਵਰ ਰਹੇ ਸੀ, ਕਾੜ ਸੁਣ ਰਹੀ ਸੀ। ਉਹਨਾਂ ਦੱਸਿਆ ਕਿ ਕਈ ਥਾਂ ਤੇ ਉਹ ਦਰੜੇ ਗਏ, ਕਈ ਥਾਂ ਤੇ ਉਹਨਾਂ ਨੂੰ ਭੀੜ ਨੇ ਕੁੱਟਿਆ ਤੇ ਹੁਣ ਕਹਿੰਦੇ ਸਰਕਾਰ ਕਹਿੰਦੀ ਹੈ ਕਿ ਅਸੀਂ ਇਵੈਕੂਏਟ ਕੀਤਾ। ਉਹ ਕਹਿੰਦੀ ਇਵੈਕੂਏਟਿੰਗ ਦੇ ਨਾਮ ਤੇ ਸਿਰਫ ਸਰਕਾਰ ਪ੍ਰਚਾਰ ਕਰ ਰਹੀ ਹੈ ਤੇ ਸਰਕਾਰ ਕ੍ਰੈਡਿਟ ਲੈ ਰਹੀ ਹੈ। ਸਰਕਾਰ ਨੂੰ ਕਹਿੰਦੇ ਕੀ ਆਉਣਾ ਚਾਹੀਦਾ, ਸ਼ਰਮ ਆਉਣੀ ਚਾਹੀਦੀ ਹੈ। ਇਹ ਮੈਂ ਨਹੀਂ ਆਖ ਰਿਹਾ, ਦਿਵਿਆਂਸ਼ੀ ਆਖ ਰਹੀ ਹੈ। ਅਤੇ ਅੰਤਰਰਾਸ਼ਟਰੀ ਦਿੱਲੀ ਦੇ ਹਵਾਈ ਅੱਡੇ ਤੇ ਖੜ ਕੇ ਇੱਕ ਮੁਲਾਕਾਤ 'ਚ ਜ਼ਿਕਰ ਕੀਤਾ ਉਹਨੇ ਆਖਿਆ ਕਿ ਪ੍ਰਚਾਰ ਕਰਨ ਦੀ ਬਜਾਏ ਜਿਹੜੇ ਹਾਲੇ ਉੱਥੇ ਸਾਡੇ ਸਾਥੀ ਰਹਿੰਦੇ ਹੈ, ਜੇ ਕੁਝ ਕਰਨਾ ਚਾਹੁੰਦੇ ਉਹਨਾਂ ਨੂੰ ਕੱਢ ਕੇ ਲਿਆਉਣ। ਉਹ ਕਹਿੰਦੀ ਤੁਹਾਨੂੰ ਇਹ ਪ੍ਰਚਾਰ ਕਰਨ ਦੀ ਜ਼ਰੂਰਤ ਨਹੀਂ ਸੀ ਪੈਣੀ। ਜੇ ਤੁਸੀਂ ਸਾਨੂੰ ਕੱਢ ਕੇ ਲਿਆਂਦਾ ਹੁੰਦਾ, ਅਸੀਂ ਅੱਜ ਖੁਦ ਤੁਹਾਡੀ ਜੈ ਜੈਕਾਰ ਕਰਨੀ ਸੀ। ਦੱਸਣਾ ਬਣਦਾ ਕਿ ਪਹਿਲੇ ਸਾਲ ਦੀ ਵਿਦਿਆਰਥਣ ਦਿਵਿਆਂਸ਼ੀ, ਉਹਨਾਂ ਨੇ ਦੱਸਿਆ ਕਿ ਰੋਮਾਨੀਆ ਦੀ ਸਰਹੱਦ ਤੇ ਜਦੋਂ ਅਸੀਂ ਤੀਸਰੇ ਦਿਨ ਪਹੁੰਚੇ ਤਾਂ ਸਾਨੂੰ ਦਰੜਿਆ ਗਿਆ। ਲੋਕ ਉਹਦੇ ਸਿਰ ਦੇ ਉੱਤੋਂ ਦੀ, ਮੋਢਿਆਂ ਦੇ ਉੱਤੋਂ ਦੀ, ਛਾਤੀ ਦੇ ਉੱਤੋਂ ਦੀ ਲੰਘ ਰਹੇ ਸੀ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀ। ਜਦੋਂ ਅਸੀਂ ਕਹਿੰਦੀ ਰੋਮਾਨੀਆ ਦੀ ਸਰਹੱਦ ਪਾਰ ਕਰ ਲਈ ਤਾਂ ਸਾਨੂੰ ਫਿਰ ਭਾਰਤੀ ਸਫਾਰਤਖਾਨੇ ਦੇ ਕੁਝ ਅਧਿਕਾਰੀ ਮਿਲੇ। ਇਹ ਆਪਣੀ ਹੱਡ ਬੀਤੀ ਜਦੋਂ ਬਿਆਨ ਦਿਵਿਆਂਸ਼ੀ ਕਰ ਰਹੀ ਸੀ ਤਾਂ ਅੱਖਾਂ ਦੇ ਵਿੱਚੋਂ ਪਰਲ ਅਥਰੂ ਵਗ ਰਹੇ ਸੀ ਤੇ ਗਲਾ ਲਗਾਤਾਰ ਉਹਦਾ ਭਰ ਰਿਹਾ ਸੀ। ਦਿਵਿਆਂਸ਼ੀ ਨੇ ਇੱਥੋਂ ਤੱਕ ਆਖ ਦਿੱਤਾ ਹਵਾਈ ਅੱਡੇ ਦੇ ਬਾਹਰ ਖੜ ਕੇ ਕਿ ਜੇਕਰ ਭਾਰਤ ਸਰਕਾਰ ਇਹਨੂੰ ਇਵੈਕੂਏਟਿੰਗ ਕਹਿੰਦੀ ਹੈ, ਸਾਡਾ ਇਵੈਕੂਏਟਿੰਗ ਕਰਵਾਇਆ, ਤਾਂ ਉਹ ਸਰਾਸਰ ਝੂਠ ਬੋਲ ਰਹੀ ਹੈ। ਉਹਨੇ ਦੱਸਿਆ ਕਿ ਪੋਲੈਂਡ ਤੋਂ ਭਾਰਤ ਦੀਆਂ ਫ੍ਰੀ ਉਡਾਨਾਂ ਭਰਾਈਆਂ ਜਾ ਰਹੀਆਂ ਨੇ, ਕਿ ਇਹ ਸਾਨੂੰ ਕੱਢਣ ਬਾਰੇ ਆਖ ਰਹੇ ਨੇ। ਕਹਿੰਦੇ ਇਵੈਕੂਏਸ਼ਨ ਅਸੀਂ ਤਾਂ ਮੰਨਦੇ ਜੇ ਯੂਕਰੇਨ ਦੀ ਧਰਤੀ ਤੋਂ, ਜਿੱਥੇ ਅਸੀਂ ਫਸੇ ਹੋਏ ਸੀ, ਉੱਥੋਂ ਕੱਢ ਕੇ ਲਿਆਉਂਦੇ। ਹੁਣ ਜਦੋਂ ਅਸੀਂ ਕਿਸੇ ਦੂਸਰੇ ਮੁਲਕ 'ਚ ਆ ਹੀ ਗਏ ਸੀ, ਉੱਥੋਂ ਤਾਂ ਅਸੀਂ ਆਪਣੇ ਪੈਸੇ ਖਰਚ ਕੇ ਵੀ ਆ ਸਕਦੇ ਸੀ, ਉੱਥੋਂ ਤਾਂ ਜਹਾਜ਼ ਵੈਸੇ ਹੀ ਚੱਲਦੇ ਆ। ਹੁਣ ਤੁਸੀਂ ਇਹ ਹਿਸਾਬ ਲਾਓ ਕਿ ਇਸ ਮੁਟਿਆਰ ਨੇ ਇਕੱਲੀ ਨੇ ਨਹੀਂ ਕਹਾਣੀ ਸੁਣਾਈ, ਕੁਝ ਹੋਰ ਦੀਆਂ ਵੀ ਤੁਹਾਨੂੰ ਸੁਣਾਉਣਾ ਹੈ। ਦਿਵਿਆਂਸ਼ੀ ਨੇ ਆਖਿਆ ਕਿ ਅਸੀਂ 4000 ਵਿਦਿਆਰਥਣਾਂ 4 ਰਾਤਾਂ ਤੱਕ ਬਰਫ਼ਬਾਰੀ ਹੁੰਦੀ ਸੀ, ਖੁੱਲੇ ਅਸਮਾਨ ਹੇਠ ਬਿਤਾਉਂਦੇ ਰਹੇ।
ਇੱਕ ਵਾਰ ਜਦੋਂ ਸਰਹੱਦ ਪਾਰ ਕਰਵਾਈ ਜਾਂਦੀ ਸਿਰਫ 4 ਭਾਰਤੀਆਂ ਨੂੰ ਕਰਵਾਈ ਜਾਂਦੀ ਸੀ। ਸਾਡੀ ਮਦਦ ਦੇ ਵਾਸਤੇ ਉੱਥੇ ਕੋਈ ਵੀ ਭਾਰਤੀ ਸਫਾਰਤਖਾਨੇ ਦਾ ਅਧਿਕਾਰੀ ਨਹੀਂ ਵੜਿਆ। ਇਸੇ ਤਰ੍ਹਾਂ ਬਿਹਾਰ ਦੀ ਇੱਕ ਹੋਰ ਵਿਦਿਆਰਥਣ ਸਹਰਸਾ ਦੀ ਰਹਿਣ ਵਾਲੀ ਪ੍ਰਤਿਭਾ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਚੌਥੇ ਸਾਲ ਦੀ ਵਿਦਿਆਰਥਣ ਸੀ। ਉਹਨੇ ਦੱਸਿਆ ਕਿ ਅਸੀਂ ਭਾਰਤੀ ਅੰਬੈਸੀ ਦੇ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਪਰ ਸਫਾਰਤਖਾਨੇ ਦੇ ਕਿਸੇ ਵੀ ਅਧਿਕਾਰੀ ਨੇ ਨਾ ਫੋਨ ਦਾ ਨਾ ਮੈਸੇਜ ਦਾ ਕੋਈ ਜਵਾਬ ਦਿੱਤਾ। ਉਹਨਾਂ ਨੇ ਆਖਿਆ ਕਿ ਜਦੋਂ ਉਹਨਾਂ ਦੀ ਇੱਕ ਦੋਸਤ ਨੇ ਅਸਲੀਅਤ ਦਿਖਾਉਣ ਦੀ ਕੋਸ਼ਿਸ਼ ਕੀਤੀ, ਅਸਲੀਅਤ ਕਿਵੇਂ, ਕਿ ਫੇਸਬੁੱਕ ਦੇ ਉੱਤੇ ਇੱਕ ਪੋਸਟ ਪਾ ਦਿੱਤੀ, ਅੰਬੈਸੀ ਦੀ, ਆਹ ਦੇਖੋ ਅਸੀਂ ਫੋਨ ਕਰਦੇ ਹਾਂ, ਨਾਲ ਨਾਲ ਕੱਟਿਆ ਜਾ ਰਿਹਾ। ਉਹ ਕਹਿੰਦੇ ਜਦੋਂ ਅਸੀਂ ਅਸਲੀਅਤ ਦਿਖਾਉਣ ਵਾਸਤੇ ਇੱਕ ਫੇਸਬੁੱਕ ਦੇ ਉੱਤੇ ਪੋਸਟ ਪਾਈ, ਤੁਰੰਤ ਅੰਬੈਸੀ ਤੋਂ ਫੋਨ ਆ ਗਿਆ। ਫੋਨ ਇਹ ਨਹੀਂ ਆਇਆ ਕਿ ਕਿੱਥੇ ਹੋ, ਤੁਹਾਨੂੰ ਲੈ ਕੇ ਜਾਈਏ। ਫੋਨ ਆਇਆ ਕਿ ਆਹ ਜਿਹੜੀ ਵੀਡੀਓ ਤੁਸੀਂ ਫੇਸਬੁੱਕ ਦੇ ਉੱਤੇ ਅਪਲੋਡ ਕੀਤੀ ਹੈ, ਤੁਰੰਤ ਡਿਲੀਟ ਕਰ ਦਿਓ। ਪ੍ਰਤਿਭਾ ਨੇ ਆਖਿਆ ਕਿ ਬੇਹੱਦ ਅਫਸੋਸਨਾਕ ਹੈ ਇਹ ਕਿ ਸਰਕਾਰ ਵਿਦਿਆਰਥੀ ਨੂੰ ਯੂਕਰੇਨ ਦੇ ਵਿੱਚੋਂ ਕੱਢਣ ਦੀ ਬਜਾਏ ਆਪਣੇ ਪ੍ਰਚਾਰ ਨੂੰ ਜ਼ਿਆਦਾ ਮਹੱਤਵ ਦੇ ਰਹੀ ਹੈ, ਉਹਦੇ ਵਿੱਚ ਜ਼ਿਆਦਾ ਰੁੱਝੀ ਹੋਈ ਹੈ। ਪ੍ਰਤਿਭਾ ਨੇ ਆਖਿਆ ਕਿ ਭਾਰਤੀ ਵਿਦਿਆਰਥੀਆਂ ਦੇ ਨਾਲ ਕੁੱਟਮਾਰ ਹੋਈ ਹੈ, ਲੜਕੀਆਂ ਨਾਲ ਬਦਸਲੂਕੀ ਹੋਈ ਹੈ। ਭੱਜ ਦੌੜ ਦੇ ਵਿੱਚ ਜਿਹੜੀਆਂ ਜੂਨੀਅਰ ਲੜਕੀਆਂ ਸੀ ਉਹ ਬੁਰੀ ਤਰ੍ਹਾਂ ਦਰੜੀਆਂ ਗਈਆਂ ਨੇ, ਕੁਚਲੀਆਂ ਗਈਆਂ ਨੇ। ਪਰ ਇਹ ਸਾਰਾ ਕੁਝ ਦੇਖ ਰਹੇ ਸੀ ਦੂਸਰੇ ਮੁਲਕਾਂ ਦੇ ਲੋਕ। ਉਹਨਾਂ ਦੇ ਸਾਹਮਣੇ ਸਾਨੂੰ ਸ਼ਰਮ ਆ ਰਹੀ ਸੀ ਕਿ ਸਾਡੀ ਅੰਬੈਸੀ ਦਾ ਉੱਥੇ ਕੋਈ ਵੀ ਅਧਿਕਾਰੀ ਸਾਡੀ ਮਦਦ ਵਾਸਤੇ ਮੌਜੂਦ ਨਹੀਂ ਸੀ। ਪ੍ਰਤਿਭਾ ਨੇ ਦੱਸਿਆ ਕਿ ਜੰਗ ਸ਼ੁਰੂ ਹੋਣ ਦੇ 2 ਦਿਨ ਬਾਅਦ ਅਸੀਂ ਇੰਤਜ਼ਾਰ ਕੀਤਾ, ਪਰ ਉਹਦੇ ਤੋਂ ਬਾਅਦ ਅਸੀਂ ਖੁਦ ਪਹਿਲ ਕੀਤੀ। 26 ਫਰਵਰੀ ਦੀ ਰਾਤ ਨੂੰ ਅਸੀਂ ਮਿਲ ਕੇ ਇੱਕ ਬੱਸ ਬੁੱਕ ਕੀਤੀ ਅਤੇ ਪ੍ਰਤੀ ਵਿਦਿਆਰਥੀ ਅਸੀਂ 6-6 ਹਜ਼ਾਰ ਰੁਪਏ ਭਰੇ। ਪ੍ਰਤਿਭਾ ਨੇ ਤਾਂ ਇੱਥੋਂ ਤੱਕ ਦੋਸ਼ ਲਗਾਏ ਨੇ ਕਿ ਉਹਨਾਂ ਨੂੰ ਜਾਪ ਰਿਹਾ ਸੀ ਕਿ ਏਜੰਟ ਅਤੇ ਅੰਬੈਸੀ ਵਾਲੇ ਦੋਵੇਂ ਮਿਲੇ ਹੋਏ ਨੇ ਅਤੇ ਇਸ ਵਕਤ ਸਾਡੀ ਮਜਬੂਰੀ ਦਾ ਉਹ ਰਲ ਕੇ ਫਾਇਦਾ ਉਠਾ ਰਹੇ ਨੇ। ਪ੍ਰਤਿਭਾ ਦੇ ਦੱਸਣ ਦੇ ਅਨੁਸਾਰ 14 ਘੰਟੇ ਦਾ ਸਫ਼ਰ ਤੈਅ ਕਰਕੇ ਉਹ ਰੋਮਾਨੀਆ ਦੀ ਸਰਹੱਦ ਤੱਕ ਪਹੁੰਚੇ। ਬੱਸ ਤੋਂ ਉਤਰਨ ਦੇ ਬਾਅਦ -20 ਡਿਗਰੀ ਦੀ ਠੰਡ ਦੇ ਵਿੱਚ 15 ਕਿਲੋਮੀਟਰ ਤੱਕ ਉਹ ਪੈਦਲ ਤੁਰੇ। ਮੋਢਿਆਂ ਦੇ ਉੱਤੇ ਉਹਨਾਂ ਦੇ ਸਮਾਨ ਸੀ, ਕੁਝ ਖਾਣ ਵਾਲਾ ਪੀਣ ਵਾਲਾ ਪਾਣੀ ਸੀ ਤੇ ਆਪਣੇ ਕੱਪੜਿਆਂ ਨਾਲ ਲੱਦੇ ਹੋਏ ਬੈਗ ਵੀ ਸੀ। ਇਸੇ ਤਰ੍ਹਾਂ ਇੱਕ ਹੋਰ ਵਿਦਿਆਰਥਣ ਜੋ ਤੀਸਰੇ ਸਾਲ ਦੀ ਮੈਡੀਕਲ ਦੀ ਵਿਦਿਆਰਥਣ ਸੀ, ਉਹਨਾਂ ਦੇ ਦੱਸਣ ਅਨੁਸਾਰ ਉਹ ਕਹਿੰਦੇ ਸਾਨੂੰ ਲੱਗਦਾ ਸੀ ਕਿ ਜਦੋਂ ਅਸੀਂ ਰੋਮਾਨੀਆ ਦੀ ਸਰਹੱਦ ਤੇ ਪਹੁੰਚਾਂਗੇ ਉੱਥੇ ਭਾਰਤ ਦੀ ਅੰਬੈਸੀ ਦੇ ਸਫਾਰਤਖਾਨੇ ਦੇ ਕੁਝ ਅਧਿਕਾਰੀ ਉਹਨਾਂ ਨੂੰ ਮਿਲਣਗੇ ਅਤੇ ਉੱਥੋਂ ਉਹਨਾਂ ਨੂੰ ਸਰਹੱਦ ਪਾਰ ਕਰਵਾਉਣਗੇ। ਪਰ ਕਹਿੰਦੇ ਅਸੀਂ ਹੈਰਾਨ ਹੋ ਗਏ ਜਦੋਂ ਅਸੀਂ ਰੋਮਾਨੀਆ ਦੀ ਸਰਹੱਦ ਤੇ ਪਹੁੰਚੇ, ਉੱਥੇ ਕੋਈ ਭਾਰਤੀ ਅਧਿਕਾਰੀ ਮੌਜੂਦ ਨਹੀਂ ਸੀ। ਪਰ ਕੁਝ ਅਫਰੀਕੀ ਮੁਲਕਾਂ ਦੇ ਨਾਗਰਿਕ ਸਾਡੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੀ ਅੰਬੈਸੀ ਦੇ ਅਧਿਕਾਰੀ ਉੱਥੇ ਖੜੇ ਸੀ ਅਤੇ ਆਸਾਨੀ ਦੇ ਨਾਲ ਉਹਨਾਂ ਨੂੰ ਸਰਹੱਦ ਪਾਰ ਕਰਵਾ ਰਹੇ ਸੀ। ਪਰ ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਉੱਥੇ ਕੋਈ ਅਧਿਕਾਰੀ ਮੌਜੂਦ ਨਹੀਂ ਸੀ। ਭਾਰਤੀ ਵਿਦਿਆਰਥੀਆਂ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ, ਲੜਕੀਆਂ ਨਾਲ ਬਦਸਲੂਕੀ ਕੀਤੀ ਜਾ ਰਹੀ ਸੀ, ਕੀਤੀ ਵੀ ਸਭਨਾਂ ਦੇ ਸਾਹਮਣੇ ਜਾ ਰਹੀ ਸੀ। ਉਹ ਕਹਿੰਦੇ ਅਸੀਂ ਉਸ ਸਥਿਤੀ ਵਿੱਚ ਚਾਹ ਕੇ ਵੀ ਕੁਝ ਨਹੀਂ ਸੀ ਕਰ ਪਾ ਰਹੇ। ਪ੍ਰਤਿਭਾ ਦੇ ਦੱਸਣ ਦੇ ਅਨੁਸਾਰ ਰੋਮਾਨੀਆ ਦੇ ਲੋਕਾਂ ਨੇ ਭਾਰਤੀ ਵਿਦਿਆਰਥਣਾਂ ਦੀ ਰੱਜ ਕੇ ਮਦਦ ਕੀਤੀ। ਜਿੱਥੇ ਉਹ ਕਹਿੰਦੇ ਸਾਨੂੰ ਰੁਕਣ ਵਾਸਤੇ, ਸਿਰ ਢੱਕਣ ਦੇ ਵਾਸਤੇ ਥਾਂ ਦਿੱਤੀ, ਉੱਥੇ ਢਿੱਡ ਭਰ ਕੇ ਖਾਣਾ ਖਾਣ ਲਈ ਵੀ ਦਿੱਤਾ। ਨਾਲ ਉਹਨਾਂ ਨੇ ਇਹ ਦੱਸਿਆ ਕਿ ਜਦੋਂ ਅਸੀਂ ਰੋਮਾਨੀਆ ਦੇ ਵਿੱਚ ਪਹੁੰਚੇ ਤਾਂ ਉੱਥੇ ਭਾਰਤੀ ਅੰਬੈਸੀ ਦੇ ਅਧਿਕਾਰੀ ਸਾਨੂੰ ਮਿਲੇ। ਸਾਨੂੰ ਦੇਖ ਕੇ ਤਸੱਲੀ ਹੋਈ, ਚਲੋ ਖੈਰ ਹੁਣ ਇਹ ਮਿਲ ਗਏ ਹੈ, ਹੁਣ ਕੁਝ ਚੰਗਾ ਹੋ। ਪਰ ਕਹਿੰਦੇ ਜੋ ਯੂਕਰੇਨ 'ਚ ਹੋਇਆ ਸੀ ਉਹਦੇ ਨਾਲੋਂ ਮਾੜਾ ਕੰਮ ਸੀ। ਸਾਡੇ ਨਾਲ ਬੇਹੱਦ ਮਾੜਾ ਸਲੂਕ ਕੀਤਾ। ਪ੍ਰਤਿਭਾ ਨੇ ਦੱਸਿਆ ਕਿ ਉਹਨਾਂ ਨੇ ਸਾਨੂੰ ਇੱਥੋਂ ਤੱਕ ਆਖਿਆ ਜਦੋਂ ਅਸੀਂ ਉੱਧਰ ਗਏ ਕਿ ਜਿਹੜਾ ਬਾਥਰੂਮ ਸਾਫ਼ ਕਰੂ ਨਾ, ਸਭ ਤੋਂ ਪਹਿਲਾਂ ਭਾਰਤ ਅਸੀਂ ਉਹਨੂੰ ਲੈ ਕੇ ਜਾਵਾਂਗੇ ਤੇ ਬਾਕੀ ਇੱਥੇ ਖੜੇ ਰਹਿਣ, ਬਾਕੀ ਨੂੰ ਬਾਅਦ 'ਚ ਲੈ ਕੇ ਜਾਵਾਂਗੇ। ਪ੍ਰਤਿਭਾ ਕਹਿੰਦੀ ਹੁਣ 4 ਰਾਤਾਂ ਅਸੀਂ ਖੁੱਲ੍ਹੇ ਅਸਮਾਨ 'ਚ ਬਿਤਾਈਆਂ। -15 ਤੋਂ -20 ਡਿਗਰੀ ਟੈਂਪਰੇਚਰ ਸੀ। ਹਰ ਕੋਈ ਵਿਦਿਆਰਥੀ ਤੁਰ ਕੇ ਖੜ ਕੇ ਥੱਕਿਆ ਪਿਆ ਸੀ। ਕਈ ਦਿਨ ਦੀ ਢਿੱਡ ਭਰ ਕੇ ਰੋਟੀ ਨਹੀਂ ਸੀ ਖਾਧੀ ਹੋਈ ਬਹੁਤਿਆਂ ਨੇ। ਇਸ ਕਰਕੇ ਉਹਨਾਂ ਨੇ ਟਾਇਲਟ ਸਾਫ਼ ਕਰਨੇ, ਬਾਥਰੂਮ ਸਾਫ਼ ਕਰਨ ਤਾਂ ਗੱਲ ਦੂਰ ਦੀ, ਉਹਨਾਂ ਤੋਂ ਖੜਿਆ ਨਹੀਂ ਸੀ ਜਾ ਰਿਹਾ। ਬਾਥਰੂਮ ਸਾਫ਼ ਕਰਨ ਦੀ ਕਿਸੇ 'ਚ ਕੋਈ ਹਿੰਮਤ ਨਹੀਂ ਸੀ। ਚੱਲ ਫਿਰ ਸਕਣ ਦੇ ਅਸੀਂ ਸਮਰੱਥ ਨਹੀਂ ਸੀ, ਪਰ ਬੰਦੇ ਤੋਂ ਮਜਬੂਰੀ ਕੀ ਨਹੀਂ ਕਰਵਾਉਂਦੀ। ਅਸੀਂ ਆਪਣੇ ਘਰਨਿਆਂ ਨੂੰ ਛੇਤੀ ਮਿਲੀਏ, ਇੰਡੀਆ ਛੇਤੀ ਆਉਣ ਦੇ ਚੱਕਰ ਦੇ ਵਿੱਚ ਬੇਸਬਰੀ ਦੀ ਉਡੀਕ ਸੀ।
ਕਹਿੰਦੀ ਅਸੀਂ ਵੇਖ ਰਹੇ ਸੀ ਥੱਕੇ ਤੇ ਟੁੱਟੇ ਵਿਦਿਆਰਥੀ ਉਹਨਾਂ ਅਧਿਕਾਰੀਆਂ ਦੇ ਕਹਿਣ ਦੇ ਅਨੁਸਾਰ ਕਿ ਜਿਹੜਾ ਪਹਿਲਾਂ ਬਾਥਰੂਮ ਸਾਫ਼ ਕਰੂ ਪਹਿਲਾਂ ਜਾਊ, ਤਾਂ ਵੀ ਵਿਦਿਆਰਥੀ ਟਾਇਲਟਾਂ ਸਾਫ਼ ਕਰਨ ਲੱਗ ਪਏ। ਪਰ ਇੰਡੀਅਨ ਅੰਬੈਸੀ ਦੇ ਅਧਿਕਾਰੀ ਉਹਨਾਂ ਨੂੰ ਰੋਕਦੇ ਨਹੀਂ ਸੀ, ਕੁਛ ਨਹੀਂ ਆਖਿਆ। ਉਹਨਾਂ ਨੇ ਇੱਥੋਂ ਤੱਕ ਆਖਿਆ ਕਿ ਜੇਕਰ ਅਸੀਂ ਰੋਮਾਨੀਆ ਦੀ ਸਰਹੱਦ ਪਾਰ ਹੀ ਕਰ ਲਈ ਸੀ, ਫਿਰ ਉੱਥੋਂ ਅਸੀਂ ਆਪਣੀ ਟਿਕਟ ਲੈ ਕੇ ਖੁਦ ਵੀ ਵਾਪਸ ਆ ਜਾਂਦੇ। ਜਦੋਂ ਅਸੀਂ ਸਾਰਾ ਸੰਘਰਸ਼ ਖੁਦ ਕੀਤਾ ਹੈ, ਫਿਰ ਆਖਰੀ ਵਕਤ ਤੇ ਹੁਣ ਸਰਕਾਰ ਕ੍ਰੈਡਿਟ ਕਿਉਂ ਲੈਣ ਵਾਸਤੇ ਉੱਥੇ ਖੜੀ ਸੀ? ਇਹ ਸੱਚਮੁੱਚ, ਇਹ ਤਾਂ ਮੈਂ ਤੁਹਾਨੂੰ 2-3 ਮੁਟਿਆਰਾਂ ਦੀ ਕਹਾਣੀ ਦੱਸੀ ਹੈ ਜਿਹੜੀ ਉਹਨਾਂ ਦੇ ਨਾਲ ਬੀਤੀ ਹੈ। ਕੁਝ ਇੱਕ ਦਾ ਜ਼ਿਕਰ ਮੈਂ ਪ੍ਰੋਗਰਾਮ ਪੰਜਾਬ ਬੋਲਦਾ ਵਿੱਚ ਕੀਤਾ ਸੀ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਸੱਚਮੁੱਚ ਬਹੁਤ ਕਹਾਣੀਆਂ ਨੇ ਜਿਹੜੀਆਂ ਲੂ ਕੰਡੇ ਖੜੇ ਕਰਦੀਆਂ ਤੇ ਰੌਂਗਟੇ ਖੜੇ ਕਰਦੀਆਂ ਨੇ। ਪਰ ਚਲੋ ਫਿਰ ਵੀ ਉਹ ਭਾਰਤ ਦੀ ਜ਼ਮੀਨ ਤੇ ਪੱਬ ਰੱਖ ਚੁੱਕੀਆਂ ਨੇ। ਮਾਪੇ ਖੁਸ਼ੀ ਦੇ ਵਿੱਚ ਇਸ ਵਕਤ ਫੁੱਲੇ ਨਹੀਂ ਸਮਾਉਂਦੇ ਕਿ ਚਲੋ ਸਾਡੇ ਜੀ ਸਾਡੇ ਕੋਲ ਆ ਗਏ, ਪਰ ਜਿਨ੍ਹਾਂ ਦੇ ਉੱਤੇ ਬੀਤੀ ਹੈ ਉਹੀ ਜਾਣਦੇ ਆ ਕਿ ਹੋਇਆ ਕੀ। ਤੇ ਹੁਣ ਖੇਤੀ ਕਾਨੂੰਨ ਜਦੋਂ ਲਾਗੂ ਸਨ, ਜਦੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ, ਉਦੋਂ ਲਖੀਮਪੁਰ ਖੀਰੀ ਦੇ ਵਿੱਚ ਇੱਕ ਘਟਨਾ ਵਾਪਰੀ ਸੀ। ਉਹਨੂੰ ਲੈ ਕੇ ਹਾਲੇ ਤੱਕ ਵੀ ਇਨਸਾਫ ਦੀ ਉਡੀਕ ਹੈ। ਤੇ ਹੁਣ ਖਬਰ ਮਿਲ ਰਹੀ ਹੈ ਕਿ ਆਖਰਕਾਰ ਭਾਰਤ ਦੀ ਸੁਪਰੀਮ ਕੋਰਟ ਨੇ ਇਸ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ, ਜਿਹੜੀ ਇਲਾਹਾਬਾਦ ਹਾਈ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ, ਉਹਨੂੰ ਚੁਣੌਤੀ ਦੇਣ ਵਾਸਤੇ ਇੱਕ ਪਟੀਸ਼ਨ ਦਾਇਰ ਕੀਤੀ ਸੀ। ਉਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਦੇ ਵਾਸਤੇ ਸਹਿਮਤੀ ਪ੍ਰਗਟਾ ਦਿੱਤੀ ਹੈ ਤੇ ਇਹ ਜਿਹੜੀ ਸੁਣਵਾਈ ਹੈ 11 ਮਾਰਚ ਨੂੰ ਹੋਏਗੀ। ਵਕੀਲ ਪ੍ਰਸ਼ਾਂਤ ਭੂਸ਼ਣ ਨੇ ਦੱਸਿਆ ਕਿ ਹਾਈ ਕੋਰਟ ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ ਤੇ ਜਦੋਂ ਸੁਣਵਾਈ ਕੀਤੀ ਤਾਂ ਜਿਹੜੇ ਅਹਿਮ ਪਹਿਲੂ ਸੀ ਉਹਨਾਂ ਨੂੰ ਵਿਚਾਰਿਆ ਹੀ ਨਹੀਂ ਕਿ ਸਬੂਤਾਂ ਨਾਲ ਛੇੜਛਾੜ ਤਾਂ ਨਹੀਂ ਕਰੂ, ਇਹ ਕਿਤੇ ਭੱਜੂ ਤਾਂ ਨਹੀਂ, ਇਹ ਕਿਤੇ ਗਵਾਹਾਂ ਨੂੰ ਧਮਕਾਊ ਤਾਂ ਨਹੀਂ। ਦੱਸਣਾ ਬਣਦਾ ਕਿ ਬੀਤੇ ਵਰੇ 3 ਅਕਤੂਬਰ ਨੂੰ 4 ਕਿਸਾਨ, ਇੱਕ ਪੱਤਰਕਾਰ ਸਮੇਤ ਕੁੱਲ 8 ਵਿਅਕਤੀਆਂ ਦੀ ਇਸ ਹਿੰਸਾ ਦੇ ਵਿੱਚ ਮੌਤ ਹੋ ਗਈ ਸੀ। ਸੁਪਰੀਮ ਕੋਰਟ ਦੇ ਮੁੱਖ ਜੱਜ NV ਰਮਨਾ ਦੀ ਅਗਵਾਈ ਵਾਲੇ ਬੈਂਚ ਨੇ ਵਕੀਲ ਪ੍ਰਸ਼ਾਂਤ ਭੂਸ਼ਣ ਦੇ ਵੱਲੋਂ ਪੇਸ਼ ਹਲਫਨਾਮੇ ਦਾ ਨੋਟਿਸ ਲਿਆ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਇਸ ਕੇਸ ਤੇ ਹੋਰਨਾਂ ਮੁਲਜ਼ਮਾਂ ਵੱਲੋਂ ਵੀ ਆਸ਼ੀਸ਼ ਮਿਸ਼ਰਾ ਨੂੰ ਮਿਲੀ ਰਾਹਤ ਦੇ ਹਵਾਲੇ ਨਾਲ ਆਪਣੀਆਂ ਜ਼ਮਾਨਤਾਂ ਵਾਸਤੇ ਅਦਾਲਤਾਂ ਦਾ ਰੁਖ ਕੀਤਾ ਜਾ ਸਕਿਆ। ਇਹਦੇ ਤੇ ਬੈਂਚ ਨੇ ਭੂਸ਼ਣ ਨੂੰ ਕਿਹਾ ਕਿ ਉਹ ਹਾਈ ਕੋਰਟ ਨੂੰ ਸੂਚਿਤ ਕਰਨ ਕਿ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਖਿਲਾਫ ਪਟੀਸ਼ਨ ਸਿੱਖਣ ਲਈ ਅਦਾਲਤ ਵਿੱਚ ਸੁਣਵਾਈ ਅਧੀਨ ਹੈ। ਦੱਸਣਾ ਬਣਦਾ ਕਿ 10 ਫਰਵਰੀ 2022 ਨੂੰ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਮਿਸ਼ਰਾ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਦਿੱਤੀ ਸੀ। ਮਿਸ਼ਰਾ ਨੂੰ 4 ਮਹੀਨੇ ਪੁਲਿਸ ਨੇ ਹਿਰਾਸਤ ਵਿੱਚ ਰੱਖਿਆ ਸੀ। ਵਕੀਲ ਪ੍ਰਸ਼ਾਂਤ ਭੂਸ਼ਣ ਨੇ ਦਾਅਵਾ ਕੀਤਾ ਸੀ ਕਿ ਹਾਈ ਕੋਰਟ ਨੇ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇਣ ਮੌਕੇ ਕਾਨੂੰਨ ਦੀ ਪਾਲਣਾ ਨਹੀਂ ਕੀਤੀ, ਕਿ ਸਬੂਤਾਂ ਨਾਲ ਛੇੜਛਾੜ ਕਰੂਗਾ, ਇਹ ਇੱਥੋਂ ਦੌੜ ਸਕਦਾ ਹੈ, ਇਹ ਗਵਾਹਾਂ ਨੂੰ ਧਮਕਾ ਸਕਦਾ ਹੈ। ਹੁਣ ਦੇਖੋ ਕਿ 11 ਮਾਰਚ ਨੂੰ ਕੀ ਮਾਨਯੋਗ ਸੁਪਰੀਮ ਕੋਰਟ ਆਸ਼ੀਸ਼ ਮਿਸ਼ਰਾ ਨੂੰ ਦਿੱਤੀ ਹੋਈ ਜ਼ਮਾਨਤ ਰੱਦ ਕਰਦੀ ਹੈ ਜਾਂ ਨਹੀਂ, ਕਿਉਂਕਿ ਕੱਲ ਪੂਰੇ ਪੰਜਾਬ ਦੇ ਵਿੱਚੋਂ ਖਬਰਾਂ ਸੀ ਕਿ ਜਿੱਥੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁੱਦੇ ਦੇ ਉੱਤੇ ਕੇਂਦਰ ਸਰਕਾਰ ਦੇ ਖਿਲਾਫ ਧਰਨੇ ਦਿੱਤੇ ਗਏ, ਉੱਥੇ ਪੰਜਾਬ ਦੇ ਕੁਝ ਕਿਸਾਨ ਆਗੂਆਂ ਨੇ ਇੱਕ ਮੈਮੋਰੈਂਡਮ ਪੰਜਾਬ ਦੇ ਗਵਰਨਰ ਨੂੰ ਦੇਣਾ ਸੀ, ਜਿੱਥੇ ਉਹਨਾਂ ਨੂੰ ਘੇਰਿਆ ਵੀ ਗਿਆ ਤੇ ਉਹਨਾਂ ਨੇ ਰੋਸ ਦਾ ਪ੍ਰਗਟਾਵਾ ਵੀ ਕੀਤਾ ਤੇ ਅਰਥੀ ਸਫੂਕ ਮੁਜ਼ਾਹਰੇ ਵੀ ਕੀਤੇ। ਉਹਨਾਂ ਦੇ ਵਿੱਚੋਂ ਇੱਕ ਮੰਗ ਆ ਵੀ ਸੀ ਕਿ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਕਿਉਂ ਦਿੱਤੀ ਗਈ ਤੇ ਜ਼ਮਾਨਤ ਉਹਦੀ ਰੱਦ ਕੀਤੀ ਜਾਵੇ। ਤੇ ਹੁਣ ਤੁਹਾਨੂੰ ਯਾਦ ਕਰਵਾਉਣਾ ਹੈ ਕਿ ਪੰਜਾਬ ਦੇ ਵਿੱਚ ਚੋਣਾਂ ਹੋ ਚੁੱਕੀਆਂ ਨੇ। ਚੋਣਾਂ ਤੋਂ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਛਾਪੇਮਾਰੀ ਕੀਤੀ ਸੀ ਈਡੀ ਨੇ, ਨਤੀਜੇ ਹਲੇ ਆਉਣੇ ਨੇ। ਤੇ ਉਸ ਛਾਪੇਮਾਰੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਲੀ ਦੇ ਮੁੰਡੇ ਭੁਪਿੰਦਰ ਹਨੀ ਨੂੰ ਚੁੱਕ ਲਿਆ ਗਿਆ ਸੀ। ਹੁਣ ਜਿਹੜੇ ਹਨੀ ਨੇ ਕੁਝ ਦਾਅਵੇ ਕੀਤੇ ਸੀ, ਉਹਨਾਂ ਦੀ ਪੋਲ ਨਿਕਲੀ ਹੈ। 8 ਦਿਨ ਤੱਕ ਲਗਾਤਾਰ ਸਿਵਲ ਹਸਪਤਾਲ ਜਲੰਧਰ, ਫਿਰ ਸਿਵਲ ਹਸਪਤਾਲ ਕਪੂਰਥਲਾ, ਉਹਦੇ ਤੋਂ ਬਾਅਦ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੀ ਮੈਡੀਕਲ ਰਿਪੋਰਟ, ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਹਨੀ ਦੇ ਵੱਲੋਂ ਜਿਹੜੇ ਕੁੱਟਮਾਰ ਦੇ ਦੋਸ਼ ਲਗਾਏ ਗਏ ਸੀ ਕਿ ਮੈਨੂੰ ਨੰਗਾ ਕਰ ਕੁੱਟਿਆ, ਉਹਨਾਂ ਦੀ ਪੋਲ ਖੁੱਲੀ ਹੈ। ਈਡੀ ਦੇ ਵੱਲੋਂ ਕੀਤੀ ਗਈ ਛਾਪੇਮਾਰੀ ਦੇ ਦੌਰਾਨ ਕਰੋੜਾਂ ਰੁਪਏ ਬਰਾਮਦ ਹੋਏ ਸੀ, ਕੁਝ ਸੋਨਾ ਤੇ ਕੁਝ ਕਾਗਜ਼ਾਤ ਹੋਰ ਬਰਾਮਦ ਹੋਏ ਸੀ। ਉਹਦੇ ਤੋਂ ਬਾਅਦ ਭੁਪਿੰਦਰ ਹਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। 7 ਦਿਨ ਦੇ ਰਿਮਾਂਡ ਦੌਰਾਨ ਈਡੀ ਤੇ ਤਸ਼ੱਦਦ ਕਰਨ, ਉਹਦੇ ਤੋਂ ਬਾਅਦ ਨਿਆਇਕ ਹਿਰਾਸਤ ਵਿੱਚ ਰਹਿਣ ਦੌਰਾਨ ਪੁਲਿਸ ਵੱਲੋਂ ਕੁੱਟਮਾਰ ਕੀਤੇ ਜਾਣ ਦੇ ਹਨੀ ਨੇ ਦੋਸ਼ ਲਾਏ ਸੀ। ਮੈਡੀਕਲ ਰਿਪੋਰਟ ਆ ਗਈ ਹੈ। ਇਹਨਾਂ ਰਿਪੋਰਟਾਂ ਨੇ ਹਨੀ ਦੇ ਦਾਅਵਿਆਂ ਨੂੰ ਆਧਾਰਹੀਣ ਦੱਸਿਆ, ਭਾਵ ਉਹ ਝੂਠ ਦਾ ਪਲੰਦਾ ਸੀ ਕਿ ਕੁੱਟਿਆ ਤਾਂ ਗਿਆ ਹੀ ਨਹੀਂ।
ਉਧਰ ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਕਿਹਾ ਗਿਆ ਹੈ ਕਿ ਹਨੀ ਕੋਲੋਂ ਪੁੱਛਗਿੱਛ ਦੇ ਵਿੱਚ ਉਹਨਾਂ ਦੀ ਕੋਈ ਭੂਮਿਕਾ ਨਹੀਂ। ਸਾਡੇ ਕੋਲ ਤਾਂ ਜੇਲ੍ਹ 'ਚ ਰੱਖਿਆ ਹੋਇਆ ਤੇ ਅਸੀਂ ਰੱਖਿਆ ਹੋਇਆ, ਅਸੀਂ ਇਹਦੇ ਕੋਲੋਂ ਕੋਈ ਪੁੱਛ ਪੜਤਾਲ ਨਹੀਂ ਕੀਤੀ। ਜੇਲ੍ਹ ਸਟਾਫ ਤਾਂ ਜੇਲ੍ਹ 'ਚ ਬੰਦ ਲੋਕਾਂ ਦੀ ਸੁਰੱਖਿਆ ਕਰਦਾ ਹੈ, ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕਰਦਾ ਹੈ, ਕਈਆਂ ਨੂੰ ਉੱਥੇ ਹੁਨਰਮੰਦ ਬਣਾਇਆ ਜਾਂਦਾ ਤੇ ਉਹਨਾਂ ਨੂੰ ਕੰਮ ਦਿੱਤਾ ਜਾਂਦਾ ਹੈ। ਉਹ ਕਹਿੰਦੇ ਜੇਲ੍ਹ ਅਧਿਕਾਰੀਆਂ ਦਾ ਕੰਮ ਇਹੀ ਹੈ। ਪਰ ਤੁਹਾਨੂੰ ਇਹ ਵੀ ਪਤਾ ਹੋ ਕਿ ਕੁਝ ਜੇਲ੍ਹ ਅਧਿਕਾਰੀ ਨਸ਼ਾ ਵਿਕਵਾਉਂਦੇ ਵੀ ਹੈ, ਕੁਝ ਜੇਲ੍ਹਾਂ ਦੇ ਵਿੱਚ ਹੋਰ ਧੰਦੇ ਵੀ ਚੱਲਦੇ ਹੈ। ਪਰ ਜਿਹੜੇ ਕੁੱਟਮਾਰ ਦੇ ਇਲਜ਼ਾਮ ਲਾਏ ਸੀ, ਜਿਹੜੀਆਂ ਹੁਣ ਮੈਡੀਕਲ ਰਿਪੋਰਟਸ ਆਈਆਂ ਨੇ, ਉਹਦੇ ਵਿੱਚ ਕਿਸੇ 'ਚ ਵੀ ਇਹ ਕੁੱਟਮਾਰ ਦੇ ਦੋਸ਼ਾਂ ਦਾ ਖੁਲਾਸਾ ਨਹੀਂ ਹੋਇਆ। ਸੋ ਕਹਿਣ ਦਾ ਭਾਵ ਝੂਠ ਦੇ ਪੈਰ ਤਾਂ ਨਹੀਂ ਹੁੰਦੇ। ਹੁਣ ਵੇਖੋ ਕਿ ਭੁਪਿੰਦਰ ਹਨੀ ਦਾ ਅੱਗੇ ਹੁੰਦਾ ਹੈ ਤਾਂ ਹੁੰਦਾ ਕੀ ਹੈ। ਕਿਤੇ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਾਂਚ ਪੜਤਾਲ ਦਾ ਮੂੰਹ ਕਿਸੇ ਹੋਰ ਵੱਡੇ ਵਿਅਕਤੀ ਵੱਲ ਹੋ ਜਾਏ। ਪਰ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਣਾ ਹੈ। ਜੇਕਰ ਪ੍ਰੋਗਰਾਮ ਚੰਗਾ ਲੱਗਿਆ, ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।